हाँ जी, ਵੈਲਕਮ ਜੀ ਆਪ ਸਭ ਦਾ ਪੰਜਾਬੀ ਮਿੱਠੀ ਚੈਨਲ ਦੇ ਉੱਤੇ। ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਜਿਸ ਤਰ੍ਹਾਂ ਤੁਹਾਨੂੰ ਪਤਾ ਵੀਰੋ, ਆਪਾਂ ਹਰ ਰੋਜ਼ ਲੈ ਕੇ ਆਏ ਜੀ ਤੁਹਾਡੇ ਵਾਸਤੇ ਖਬਰਾਂ ਤੇ ਲੈ ਕੇ ਹਾਜ਼ਰ ਹਾਂ 23 ਜੂਨ ਦੀਆਂ ਕੁਝ ਨਵੀਆਂ ਅਪਡੇਟਸ ਤੇ ਗੱਲ ਕਰਦੇ ਹਾਂ ਅੱਜ ਦੀਆਂ ਨਵੀਆਂ ਅਪਡੇਟਸ ਦੀ। ਤੇ ਜੇਕਰ ਵੀਰੋ ਤੁਹਾਨੂੰ ਕੋਈ ਆਵਾਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਮੈਨੂੰ ਕਮੈਂਟ ਜ਼ਰੂਰ ਕਰ ਦਿਓ ਨੀਚੇ, ਕਿਉਂਕਿ ਆਪਣੇ ਕਿਸੇ ਵੀਰ ਦਾ ਮੈਨੂੰ ਕਮੈਂਟ ਆਇਆ ਸੀਗਾ ਸਵੇਰ ਵਾਲੀ ਵੀਡੀਓ ਦੇ ਨੀਚੇ ਵੀ ਭਾਈ ਆਵਾਜ਼ ਜਿਹੜੀ ਆ ਖਰਾਬ ਆ ਰਹੀ ਆ। ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਵਾਜ਼ ਜਿਹੜੀ ਆ ਤੁਹਾਨੂੰ ਵੀ ਖਰਾਬ ਆ ਰਹੀ ਹੈ ਜਾਂ ਕਿਸੇ ਇੱਕ ਸਪੈਸੀਫਿਕ ਪਰਸਨ ਨੂੰ ਸਿਰਫ ਇੱਦਾਂ ਹੋ ਰਿਹਾ ਆਪਣੇ ਵੀਰ ਦੇ ਨਾਲ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀਆਂ ਖਬਰਾਂ ਤੇ ਦੇਖਦੇ ਹਾਂ ਅੱਜ ਦੀਆਂ ਕੁਝ ਖਾਸ ਤੇ ਨਵੀਆਂ ਅਪਡੇਟਸ। ਸਭ ਤੋਂ ਪਹਿਲੀ ਅਪਡੇਟ ਵੀਰੋ ਆਪਣੀ ਹੈਗੀ ਆ ਜੀ ਗ੍ਰੀਨ ਪਾਸ ਨੂੰ ਲੈ ਕੇ ਆ। ਗ੍ਰੀਨ ਪਾਸ ਨੂੰ ਲੈ ਕੇ ਜਿਹੜੀ ਇੱਕ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਉਹ ਕਿਹੜੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ ਤੇ ਇਸ ਤੋਂ ਇਲਾਵਾ ਹੋਰ ਅਪਡੇਟ ਅੱਗੇ ਤੁਹਾਨੂੰ ਦੱਸਾਂਗੇ ਆਪਾਂ। ਸਭ ਤੋਂ ਪਹਿਲਾਂ ਗੱਲ ਕਰੀਏ ਵੀਰੋ ਗ੍ਰੀਨ ਪਾਸ ਦੀ। 17 ਜੂਨ ਤੋਂ ਵੀਰੋ ਜਿਹੜੇ ਗ੍ਰੀਨ ਪਾਸ ਜਿਹੜੇ SMS ਜਿਹੜੇ ਜੀ ਆਉਣੇ ਜਿਹੜੇ ਸਟਾਰਟ ਹੋ ਗਏ ਸੀਗੇ ਸਰਕਾਰ ਦੇ ਵੱਲੋਂ। ਜਿਹੜੇ SMS ਤੁਹਾਨੂੰ ਆਉਣੇ ਆ ਇੱਕ ਗ੍ਰੀਨ ਪਾਸ ਦੇ ਤੁਹਾਡੇ ਫੋਨ ਦੇ ਵਿੱਚ ਤੁਹਾਡੇ ਨੰਬਰ ਦੇ ਉੱਤੇ ਜਿਹੜਾ ਤੁਹਾਨੂੰ SMS ਆਉਣਾ ਸਰਕਾਰ ਦੇ ਵੱਲੋਂ, ਜਿਹਦੇ ਵਿੱਚ ਤੁਹਾਨੂੰ ਜਿਹੜਾ ਆ ਗ੍ਰੀਨ ਪਾਸ ਦੇ ਨਾਲ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਨੂੰ ਮਿਲਣੀ ਆ। ਯਾਨੀ ਕਿ ਜਿਹੜਾ ਉਹ SMS ਜਿਹੜਾ ਹੋਣਾ ਆ ਜੀ ਉਹਦੇ ਵਿੱਚ ਇਨਫੋਰਮੇਸ਼ਨ ਲਿਖੀ ਹੋਣੀ ਤੁਸੀਂ ਕਿੱਦਾਂ ਗ੍ਰੀਨ ਪਾਸ ਜਿਹੜਾ ਲੈ ਸਕਦੇ ਆ। ਤੇ ਜਿਹਨੂੰ ਗ੍ਰੀਨ ਪਾਸ ਦਾ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਵਾਂ ਵੀ ਗ੍ਰੀਨ ਪਾਸ ਜਿਹੜਾ ਇੱਕ ਡਾਕੂਮੈਂਟ ਆ, ਐਸਾ ਡਾਕੂਮੈਂਟ ਜਿਹਦੇ ਵਿੱਚ ਜੇ ਤੁਹਾਡੇ ਕੋਲ ਗ੍ਰੀਨ ਪਾਸ ਹੈਗਾ ਤੁਸੀਂ ਪਾਰਟਿਸਿਪੇਟ ਕਰ ਸਕਦੇ ਆ ਫੈਸਟੇ ਦੇ ਵਿੱਚ। ਕੋਈ ਗ੍ਰਾਂਧੀ ਇਵੈਂਟ ਹੋਵੇ ਜਿੱਦਾਂ, ਜਾਂ ਫਿਰ ਤੁਸੀਂ ਵਿਆਜਾਰੇ ਕਰਨਾ ਹੋਵੇ ਪੂਰੀ ਯੂਰਪ ਦੇ ਵਿੱਚ ਕਿਸੇ ਘੁੰਮਣਾ ਫਿਰਨਾ ਹੋਵੇ, ਤੁਹਾਨੂੰ ਗ੍ਰੀਨ ਪਾਸ ਜਿਹੜਾ ਹੋਣਾ ਤੁਹਾਡੇ ਕੋਲ ਜ਼ਰੂਰੀ ਆ ਹੁਣ। ਤੇ ਜਿਹੜਾ SMS ਵੀਰੋ ਹੈਗਾ ਆ ਇਹ ਸਾਰਿਆਂ ਨੂੰ ਜਿਹੜਾ ਮੈਸੇਜ ਆਉਣਾ ਆ ਜਿਨ੍ਹਾਂ ਦੇ ਚਾਹੇ ਪਹਿਲੀ ਡੋਜ਼ ਲੱਗੀ ਹੋਵੇ ਜਾਂ ਸੈਕੰਡ ਡੋਜ਼ ਜਿਹੜੀ ਆ ਵੈਕਸੀਨ ਦੀ ਲੱਗੀ ਹੋਵੇ, ਜਾਂ ਫਿਰ ਤੁਸੀਂ ਤੰਪੋਨੇ ਵੀਰੋ ਆਪਣਾ ਕਰਾਇਆ ਹੋਵੇ ਤੇ ਤੁਸੀਂ ਨੈਗੇਟਿਵ ਤੁਹਾਡੀ ਰਿਪੋਰਟ ਹੋਵੇ ਉਸ ਵਕਤ ਵੀ ਤੁਹਾਨੂੰ ਜਿਹੜਾ SMS ਜਿਹੜਾ ਆਉਣਾ ਆ। ਜਾਂ ਫਿਰ ਤੁਹਾਨੂੰ ਕੋਵਿਡ ਇੱਕ ਵਾਰ ਹੋ ਚੁੱਕਾ ਤੇ ਤੁਹਾਨੂੰ ਜਿਹੜਾ ਤੁਸੀਂ ਠੀਕ ਹੋ ਚੁੱਕੇ ਆ ਬਿਮਾਰੀ ਤੁਹਾਨੂੰ ਫਿਰ ਵੀ ਜਿਹੜਾ SMS ਜਿਹੜਾ ਆਉਣਾ ਆ। ਇਸ ਤੋਂ ਇਲਾਵਾ ਗ੍ਰੀਨ ਪਾਸ ਲੈਣ ਦੇ ਹੋਰ ਵੀ ਜਿਹੜੇ ਤਰੀਕੇ ਹੈਗੇ ਆ, ਤੁਸੀਂ ਈਮੇਲ ਵੀ ਕਰ ਸਕਦੇ ਉਹਨਾਂ ਨੂੰ, ਜਾਂ ਫਿਰ ਤੁਸੀਂ ਡਾਇਰੈਕਟ ਜਦੋਂ ਤੁਸੀਂ ਆਪਣੇ ਵੈਕਸੀਨ ਲਵਾਉਂਦੇ ਆ ਜਾਂ ਤੁਸੀਂ ਤੰਪੋਨੇ ਕਰਾਉਂਦੇ ਉਸ ਵਕਤ ਉਹਨਾਂ ਕੋਲ ਇਨਫੋਰਮੇਸ਼ਨ ਜਿਹੜੀ ਉੱਥੇ ਉਸੇ ਵਕਤ ਜਿਹੜੀ ਲੈ ਸਕਦੇ ਆ ਗ੍ਰੀਨ ਪਾਸ ਦੀ। ਤੇ ਇਸ ਤੋਂ ਇਲਾਵਾ ਆਪਣੇ ਕਾਫੀ ਵੀਰਾਂ ਦੇ ਕਮੈਂਟ ਇਹ ਸੀਗੇ ਕਹਿ ਰਹੇ ਸੀਗੇ ਭਾਜੀ ਜਿਹੜਾ ਗ੍ਰੀਨ ਪਾਸ ਹੈ ਇਹਦੀ ਵੈਲਿਡਿਟੀ ਕਿੰਨੇ ਤੱਕ ਹੈ ਵੀ ਕੁਆਂਤੋ ਦੂਰੇ ਰਾ ਕੁਐਸਟ ਗ੍ਰੀਨ ਪਾਸ। ਸੋ ਜੇਕਰ ਗੱਲ ਕਰੀ ਵੀਰੋ ਵੀ ਇਹ ਜਿਹੜੀ ਹੈ ਐਕਟਿਵ ਕਦੋਂ ਕੀਤਾ ਜਾਊਗਾ, ਜਿਹੜਾ ਗ੍ਰੀਨ ਪਾਸ ਜਿਹੜਾ ਆ ਜੀ ਇਹਦੇ ਬਾਰੇ ਇਨਫੋਰਮੇਸ਼ਨ ਸਰਕਾਰ ਵੱਲੋਂ ਸ਼ੇਅਰ ਕੀਤੀ ਆ ਉਹ ਇਹ ਹੈ ਬਈ il Green Pass si attiva a livello italiano dopo la prima dose di vaccino passati 15 giorni dall'iniziazione। ਯਾਨੀ ਕਿ ਜਿਹੜਾ ਗ੍ਰੀਨ ਪਾਸ ਜਿਹੜਾ ਜੋ ਤੁਹਾਡੇ ਪਹਿਲੀ ਡੋਜ਼ ਵੈਕਸੀਨ ਦੀ ਲੱਗਦੀ ਆ ਉਸ ਤੋਂ 15 ਦਿਨਾਂ ਬਾਅਦ ਜਿਹੜਾ ਐਕਟਿਵ ਜਿਹੜਾ ਤੁਹਾਡਾ ਗ੍ਰੀਨ ਪਾਸ ਜਿਹੜਾ ਹੋ ਜਾਂਦਾ ਆ। ਇਸ ਦੇ ਨਾਲ ਤੁਸੀਂ ਜਿਹੜਾ ਇਟਲੀ ਵਿੱਚ ਘੁੰਮ ਸਕਦੇ ਆ। ਜੇ ਤੁਸੀਂ ਆਪਣੇ ਜਿਹੜੀ ਕਨਫੀਨੀ ਹੁੰਦੇ ਜਾਣੀ ਕਿ ਜਿਹੜੇ ਬਾਰਡਰ ਹੁੰਦੇ ਬਾਰਡਰ ਟੱਪ ਤੁਸੀਂ ਫਰਾਂਸ ਜਾਣਾ ਜਾਂ ਜਰਮਨ ਜਾਣਾ ਜਾਂ ਕਿਸੇ ਹੋਰ ਪਾਸੇ ਜਾਣਾ, ਉਸ ਵਾਸਤੇ ਤੁਹਾਨੂੰ ਜਿਹੜਾ ਸੈਕਿੰਡ ਡੋਜ਼ ਦੀ ਜਿਹੜੀ ਆ ਵੇਟ ਕਰਨੀ ਪੈਣੀ ਆ। ਜਦੋਂ ਤੁਹਾਡਾ ਜਿਹੜਾ ਸੈਕਿੰਡ ਡੋਜ਼ ਤੁਹਾਡੇ ਵੀਰੋ ਲੱਗ ਜਾਣੀ ਆ ਉਸ ਤੋਂ 15 ਦਿਨਾਂ ਬਾਅਦ ਤੁਹਾਨੂੰ ਜਿਹੜਾ ਗ੍ਰੀਨ ਪਾਸ ਜਿਹੜਾ ਆ ਉਹ ਮਿਲ ਜਾਣਾ, ਐਕਟਿਵ ਕਰ ਦਿੱਤਾ ਜਾਣਾ, ਜਿਹਦੇ ਵਿੱਚ ਤੁਹਾਨੂੰ ਪੂਰੇ ਨੈਸ਼ਨਲ ਲੈਵਲ 'ਤੇ ਜਾਂ ਫਿਰ ਤੁਸੀਂ ਜਿਹੜੀਆਂ ਹੋਰ ਕੰਟਰੀਆਂ ਵਿੱਚ ਵੀ ਜਾਣ ਦੇ ਨੂੰ ਕੋਈ ਪ੍ਰੋਬਲਮ ਜਿਹੜੀ ਨਹੀਂ ਪੈਣੀ। ਅਤੇ ਇਸ ਜਿਹੜੀ ਆਪਣੇ ਗ੍ਰੀਨ ਪਾਸ ਜਿਹੜੀ ਵੈਲਿਡਿਟੀ ਹੈ ਜਿਹੜਾ ਤੁਹਾਡਾ ਵੈਕਸੀਨ ਲੱਗਦਾ ਆ ਅਤੇ ਇਹਦੀ ਜਿਹੜੀ ਹੈ 9 ਮਹੀਨਿਆਂ ਦੀ ਵੈਲਿਡਿਟੀ ਜਿਹੜੀ ਦੱਸੀ ਹੁੰਦੀ ਆ। ਅਤੇ ਤੁਹਾਨੂੰ ਵੀਰੋ ਜਿਹੜਾ ਗ੍ਰੀਨ ਪਾਸ ਆ ਕਾਹਦੇ ਵਾਸਤੇ ਚਾਹੀਦਾ ਆ? Il Green Pass sarà necessario in Italia per poter andare allo stadio per partecipare a grandi eventi in discoteca o ai concerti। ਯਾਨੀ ਕਿ ਤੁਹਾਨੂੰ ਜਿਹੜਾ ਗ੍ਰੀਨ ਪਾਸ ਜਿਹੜਾ ਆ ਜੀ ਇਹ ਇਟਲੀ ਵਿੱਚ ਸਟੇਡੀਅਮ ਹੋਵੇ, ਕੋਈ ਗ੍ਰੈਂਡ ਇਵੈਂਟ ਹੋਵੇ ਜਾਂ ਕੋਈ ਡਿਸਕੋਟੇਕਾ ਹੋਵੇ ਜਾਂ ਕਨਸਰਟਸ ਜਿਹੜੇ ਹੁੰਦੇ ਆ, ਤੁਸੀਂ ਮੈਟਰੀਮੋਨੀਓ ਹੋਵੇ ਜਾਂ ਕੋਈ ਫੈਸਟਾ ਕਰਨਾ ਹੋਵੇ ਪ੍ਰਾਈਵੇਟ ਭਾਵੇਂ ਹੋਵੇ, ਤੁਹਾਨੂੰ ਉਸ ਵਕਤ ਇਹ ਗ੍ਰੀਨ ਪਾਸ ਆ ਹੁਣ ਤੁਹਾਡੇ ਕੋਲ ਜ਼ਰੂਰੀ ਆ। ਅਤੇ ਜਿੰਨੇ ਵੀ ਜਿਹੜੇ ਸ਼ੈਂਜਨ ਜਿਹੜੇ ਇਲਾਕੇ ਲੱਗਦੇ ਆ ਜਿੰਨੇ ਵੀ ਪਾਏਸੀ ਹੈਗੇ ਆ ਇਹਨਾਂ ਵਿੱਚ ਸਾਰਿਆਂ 'ਚ ਗ੍ਰੀਨ ਪਾਸ ਜਿਹੜਾ ਵੈਲਿਡ ਆ। ਪਰ 5 ਜਿਹੜੀਆਂ ਸਟੇਟਸ ਆ, 5 ਜਿਹੜੇ ਦੇਸ਼ ਉਹਨਾਂ 'ਚ ਗ੍ਰੀਨ ਪਾਸ ਜਿਹੜਾ ਨਹੀਂ ਵੈਲਿਡ ਇੱਕ ਹੈਗੀ ਆ ਬੁਲਗਾਰੀਆ, ਕੋਰਾਸੀਆ, ਚੀਪਰੋ, ਰੋਮਾਨੀਆ ਅਤੇ ਆਇਰਲੈਂਡ। ਜਿਹੜੀਆਂ 5 ਕੰਟਰੀਆਂ ਆ ਇਹਨਾਂ ਵਿੱਚ ਜਿਹੜਾ ਆਪਣਾ ਜਿਹੜਾ ਗ੍ਰੀਨ ਪਾਸ ਆ ਜਿਹੜਾ ਇਹ ਨਹੀਂ ਚੱਲਦਾ। ਅਤੇ ਇਸ ਤੋਂ ਇਲਾਵਾ ਬਾਕੀ ਸਵਿਟਜ਼ਰਲੈਂਡ, ਨਾਰਵੇ ਅਤੇ ਆਈਸਲੈਂਡ ਦਾ ਜਿਹੜਾ ਆ ਇਹ ਜਿਹੜੀਆਂ ਕੰਟਰੀਜ਼ ਆ ਇਹਨਾਂ ਵਿੱਚ ਜਿਹੜੇ ਨਹੀਂ ਚੱਲਦਾ। ਅਤੇ ਬਾਕੀ ਜਿਹੜੇ SMS ਜਿਹੜੇ ਆ ਜੀ ਉਹ 17 ਜੂਨ ਤੋਂ ਜਿਹੜੇ ਸਟਾਰਟ ਹੋਏ ਆ। ਹਰ ਰੋਜ਼ 50 ਲੱਖ ਬੰਦੇ ਨੂੰ ਜਿਹੜਾ SMS ਜਿਹੜਾ ਆ ਰਿਹਾ ਆ, ਤੁਹਾਨੂੰ SMS ਤੁਹਾਡੇ ਫੋਨ ਦੇ ਵਿੱਚ ਆ ਚੁੱਕਾ ਹੋਣਾ ਆ। ਤੁਸੀਂ ਜੇ ਨਹੀਂ ਚੈੱਕ ਕੀਤਾ ਤਾਂ ਆਪਣੇ ਫੋਨ ਦੇ ਵਿੱਚ ਜਾ ਕੇ ਚੈੱਕ SMS ਜ਼ਰੂਰ ਕਰ ਲਿਓ ਜੇ ਤੁਸੀਂ ਵੈਕਸੀਨ ਲਵਾ ਚੁੱਕੇ ਆ ਆਪਣਾ। ਅਤੇ ਜਿਹਨਾਂ ਨੂੰ ਨਹੀਂ ਆਇਆ ਉਹਨਾਂ ਨੂੰ ਹੁਣ ਕੁਝ ਦਿਨਾਂ ਤੱਕ ਜਿਹੜਾ SMS ਆ ਜਾਣਾ ਆ। ਅਤੇ ਜਿਹੜਾ SMS ਆ ਵੀਰੋ ਇਹ ਜਿਹੜਾ ਆ ਮਿਨਿਸਟਰ della Salute ਵੱਲੋਂ ਆਉਣਾ ਆ, ਨਾ ਕਿ ਕਿਸੇ ਹੋਰ ਅਨਆਥੋਰਾਈਜ਼ਡ ਜਾਂ ਅਨਓਫੀਸ਼ੀਅਲ ਕਿਸੇ ਕੰਪਨੀ ਜਾਂ ਕਿਸੇ ਹੋਰ ਕਿਸੇ ਚੀਜ਼ ਵੱਲੋਂ, ਮਿਨਿਸਟਰ della Salute ਵੱਲੋਂ ਆਉਣਾ ਆ। ਅਤੇ ਤੁਹਾਨੂੰ ਮੈਸੇਜ ਦੇ ਉੱਤੇ ਜਿਹੜਾ ਲਿਖਿਆ ਆਉਣਾ ਆ ਵੀ certificato verde Covid-19 ਦੀ puntini disponibile, ਇੱਦਾਂ ਤੁਹਾਨੂੰ ਲਿਖਿਆ ਜਿਹੜਾ ਆਉਣਾ ਉੱਤੇ। ਉਸ ਤੋਂ ਬਾਅਦ ਤੁਹਾਨੂੰ ਆਉਣਾ ਆ usa out code e tessera sanitaria, ਇਹ ਤੁਹਾਨੂੰ ਲਿਖਿਆ ਮਿਲਣਾ ਆ su www.dgt.gov.it o app immuni o attendi notifica su app EO। ਇਹ ਤੁਹਾਨੂੰ ਸਾਰਾ ਮੈਸੇਜ ਜਿਹੜਾ ਲਿਖਿਆ ਆਉਣਾ ਆ। ਅਤੇ ਜਿਹੜਾ ਵੀਰੋ ਕੋਦੀ 'ਚ ਆਊਟ ਕੋਡ ਜਿਹੜਾ ਹੁੰਦਾ ਆ ਇਸ ਦੇ ਨਾਲ ਹੀ ਤੁਸੀਂ ਜਿਹੜਾ ਗ੍ਰੀਨ ਪਾਸ ਜਿਹੜਾ ਆਪਣਾ ਲੈ ਸਕਦੇ ਆ।
ਦੂਏ ਜਿਹੜੇ ਨੰਬਰ ਜਿਹੜੇ 2 ਲੈਟਰ ਤੁਹਾਡੇ ਨਾਮ ਦੇ ਹੋਣੇ ਆ ਤੇ 2 ਲੈਟਰ ਤੁਹਾਡੇ ਕੋਨਿਓਮੇ ਦੇ ਵਿੱਚ ਜਿਹੜੇ ਹੋਣੇ ਆ। ਤੇ ਉਲਤਰਿਆ ਕੁਐਸਟ ਤੋਂ ਤੁਹਾਨੂੰ ਜਿਹੜਾ ਆ ਤੁਹਾਡਾ ਆਪਣਾ ਤੀਸਰਾ ਸਥਾਨਿਕ ਤਾਰੀਖ ਜਿਹੜਾ ਆ ਉਹਦੀ ਲੋੜ ਪੈਣੀ ਆ, ਯਾਨੀ ਕਿ ਉਹਦਾ ਪਿੱਛੇ ਨੰਬਰ ਲਿਖਿਆ ਹੁੰਦਾ ਆ ਉਸ ਨੰਬਰ ਤੇ ਤੁਹਾਨੂੰ ਜਿਹੜੀ ਆ ਲੋੜ ਪੈਣੀ ਆ। ਤੇ ਉਸ ਤੋਂ ਇਲਾਵਾ ਉਹਦੀ ਜਿਹੜੀ ਦਾਤਾ ਦੀ ਸਕਦਿੰਸ ਆ ਉਹਦੀ ਲੋੜ ਪੈਣੀ ਆ। ਤੇ ਇਸ ਤੋਂ ਇਲਾਵਾ ਤੁਸੀਂ ਜਿਹੜਾ ਆਪਣਾ ਗ੍ਰੀਨ ਪਾਸ ਜਿਹੜੇ ਜੀ ਸਪੀਡ ਦੇ ਰਾਹੀਂ ਵੀ ਔਨ ਕਰ ਸਕਦੇ ਆ, ਸਪੀਡ ਰਾਹੀਂ ਵੀ ਚਲਾ ਸਕਦੇ ਆ। ਜੇ ਤੁਸੀਂ ਐਪ ਤੋਂ ਨਹੀਂ ਚਲਾਉਣਾ ਚਾਹੁੰਦੇ ਸਪੀਡ ਰਾਹੀਂ ਚਲਾ ਸਕਦੇ ਆ। ਤੇ ਬਾਕੀ ਜਿਹੜਾ ਤੁਹਾਨੂੰ SMS ਜਿਹੜੇ ਆ ਜੀ ਇਹ ਤੁਹਾਨੂੰ ਜ਼ਰੂਰੀ ਆਉਣਾ ਚਾਹੀਦਾ ਆ। ਇਸ ਤੋਂ ਇਲਾਵਾ ਤੁਹਾਨੂੰ ਗ੍ਰੀਨ ਪਾਸ ਜਿਹੜਾ ਮਿਲਣਾ ਔਖਾ ਆ। ਸੋ SMS ਤੁਸੀਂ ਵੇਟ ਕਰ ਸਕਦੇ ਆ। ਉਸ ਤੋਂ ਤੁਹਾਨੂੰ ਜਿਹੜੇ ਸਾਈਟ ਦੇ ਲਿੰਕ ਦੇਣਾ ਆ ਉਸ ਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣੀ ਉੱਥੇ ਜਾ ਕੇ ਲਿੰਗਵਾ ਤੁਸੀਂ ਸਿਲੈਕਸ਼ਨਾਰੇ ਕਰ ਸਕਦੇ ਆ ਵੀ ਮੈਂ ਕਿਹੜੀ ਲਿੰਗਵਾ ਵਿੱਚ ਜਿਹੜਾ ਚਾਹੁੰਦਾ ਇਟਾਲੀਅਨ, ਇੰਗਲਿਸ਼ ਦੇ, ਫਰੈਂਚਾਈਜ਼ ਦੇ, ਤੈਦੈਸਕੋ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਆ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਕ ਵਾਰ ਕਲਿੱਕ ਕਰ ਦੇਣਾ ਉੱਥੇ ਤੁਹਾਨੂੰ ਆਉਣਾ ਰਿਕੂਪਰਾ ਸਰਟੀਫਿਕੇਟਸਿਓਨੇ e si ottiene due ਫਾਈਲ, ਯਾਨੀ ਕਿ ਤੁਸੀਂ ਉੱਥੋਂ ਰਿਕੂਪਰਾ ਕਰ ਲੈਣੇ, ਯਾਨੀ ਕਿ ਜਿਹੜੇ ਸਰਟੀਫਿਕੇਟ ਆ ਉੱਥੇ ਕਲਿੱਕ ਕਰ ਦੇਣਾ ਤੇ ਤੁਹਾਨੂੰ 2 ਜਿਹੜੀਆਂ ਫਾਈਲ ਆ ਜਾਣੀਆਂ। ਉਹ PDF ਦੇ ਰੂਪ ਦੇ ਵਿੱਚ ਆਉਣੀ ਆ, ਉਹੀ ਤੁਹਾਡਾ ਸਰਟੀਫਿਕੇਟਸਿਓਨੇ ਜਿਹੜਾ ਵੇਰਦੇ ਆ ਤੇ ਉਹਦੇ ਵਿੱਚ ਤੁਹਾਨੂੰ ਇੱਕ QR ਕੋਡ ਜਿਹੜਾ ਆ ਮਿਲ ਜਾਣਾ ਆ। ਇਕੱਲਾ ਇੱਕ ਹਿਸਾਬ ਦਾ QR ਕੋਡ ਹੀ ਹੋਣਾ, ਸਾਰਾ ਕੁਝ ਜਿਹੜਾ QR ਕੋਡ ਜਿਹੜਾ ਆ ਉਹਦੇ ਵਿੱਚ ਹੀ ਸਾਰਾ ਕੁਝ ਜਿਹੜਾ ਆ ਅੰਦਰ ਤੁਹਾਡੇ ਹੋਣਾ ਹੈ ਲਿਖਿਆ। ਇਹ ਸਾਰਾ ਪ੍ਰੋਸੈਸ ਹੈ ਜੀ ਗ੍ਰੀਨ ਪਾਸ ਕਿੱਦਾਂ ਮਿਲਦਾ, ਕਿਉਂਕਿ ਆਪਣੇ ਵੀਰਾਂ ਵੱਲੋਂ ਪੁੱਛਿਆ ਗਿਆ ਸੀਗਾ ਤੇ ਇਹ ਸਾਰਾ ਪ੍ਰੋਸੈਸ ਹੈ ਗ੍ਰੀਨ ਪਾਸ ਦਾ। ਇਸ ਤੋਂ ਬਾਅਦ ਗੱਲ ਕਰੀਏ ਅਗਲੀ ਅਪਡੇਟ ਦੀ। ਇਸ ਤੋਂ ਪਹਿਲਾਂ ਅੱਜ ਸਵੇਰੇ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਆਪਣੇ ਚੈਨਲ ਦੇ ਉੱਤੇ, ਤੁਸੀਂ ਨਹੀਂ ਦੇਖੀ ਜਾ ਕੇ ਇੱਕ ਵਾਰ ਚੈੱਕ ਕਰ ਲਿਓ। ਉਹਦੇ ਵਿੱਚ ਅਸੀਂ ਤੁਹਾਨੂੰ ਅਸੇਨੀਓ ਉਨੀਕੋ ਬਾਰੇ ਦੱਸਿਆ ਹੋਇਆ ਆ, ਜਿਹਦੀ ਕਿ ਵੀਡੀਓ ਅਸੀਂ ਤਕਰੀਬਨ ਕਾਫੀ ਮਹੀਨੇ ਪਹਿਲਾਂ ਪਾਤੀ ਸੀਗੀ ਚੈਨਲ ਤੇ ਆਲਰੇਡੀ। ਤੇ ਉਹਦੇ ਵਿੱਚ ਉਹਦੇ ਡੇਟ ਬਾਰੇ ਦੱਸਿਆ ਵੀ ਡੇਟ ਤੁਸੀਂ ਕਦੋਂ ਦਮਾਂਦਾ ਜਿਹੜਾ ਆਪਣਾ ਅਪਲਾਈ ਕਰ ਸਕਦੇ ਆ। ਸੋ ਜੇ ਤੁਸੀਂ ਦਮਾਂਦਾ ਕਰਨਾ ਉਹ ਵਾਲਾ ਤੁਸੀਂ ਜਾ ਕੇ ਵੀਡੀਓ ਚੈੱਕ ਕਰ ਸਕਦੇ ਆ। ਤੇ ਇਸ ਤੋਂ ਬਾਅਦ ਵੀਰੋ ਗੱਲ ਕਰੀਏ ਅਗਲੀ ਅਪਡੇਟ ਦੀ। ਅਗਲੀ ਅਪਡੇਟ ਆਪਣੀ ਹੈਗੀ ਆ ਡੈਲਟਾ ਵੇਰੀਐਂਟ ਨੂੰ ਲੈ ਕੇ, ਜਿਹੜਾ ਕਿ ਲੁੰਬਾਰਦੀਆਂ ਦੇ ਵਿੱਚ ਇਸ ਵਕਤ ਜਿਹੜਾ ਆ ਕੰਮ ਖਰਾਬ ਕਰ ਰਿਹਾ ਆ। ਤੇ ਤੁਹਾਨੂੰ ਦੱਸਦੀ ਵੀਰੋ ਡੈਲਟਾ ਵੇਰੀਐਂਟ ਤੋਂ ਇਲਾਵਾ ਇੱਕ ਹੋਰ ਵੇਰੀਐਂਟ ਆਇਆ ਆ, ਵੇਰੀਐਂਟ ਕਾਪਾ, ਜਿਹਨੂੰ ਕਹਿ ਰਹੇ ਆ ਵੇਰੀਐਂਟ ਕਾਪਾ, ਸੋਤੋ ਵਾਰੀਐਂਟ ਆ ਉਹ ਕਾਪਾ। ਉਹਦੇ ਬਾਰੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਆਪਾਂ ਦਿੰਦੇ ਵੀ ਕੀ ਚੀਜ਼ ਹੈ ਤੇ ਕੀ ਚੀਜ਼ ਜਿਹੜੀ ਆ ਹੋ ਸਕਦੀ ਇਹਦੇ ਨਾਲ। ਸੋ ਵੀਰੋ ਜਿਹੜੀ ਲੁੰਬਾਰਦੀਆਂ ਸਟੇਟ ਆ ਜੀ, ਲੁੰਬਾਰਦੀਆਂ ਸਟੇਟ ਦੇ ਵਿੱਚ ਇੱਕ ਉਹਨਾਂ ਨੇ ਨਵਾਂ ਫੈਸਲਾ ਲਿਆ ਆ। ਫੈਸਲਾ ਇਹ ਆ ਵੀ ਜਿਹੜਾ ਡੈਚੀਸੀਓਨੇ della Regione Lombardia ਕਿਹੜਾ ਆ ਉਹ ਇਹ ਹੈ ਵੀ ਜਿੰਨੇ ਵੀ ਤਾਂਪੋਨੇ ਪੋਜ਼ੀਟਿਵ ਜਿਹੜੇ ਹੁਣ ਤੱਕ ਲੋਕਾਂ ਦੇ ਆਏ ਆ ਉਹਨੂੰ ਦੁਬਾਰਾ ਸੀਕੁਐਂਸੀ ਆ ਰਿਹਾ ਕੀਤਾ ਜਾਵੇ, ਯਾਨੀ ਕਿ ਦੁਬਾਰਾ ਉਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾਵੇ ਫਰਸਟ ਰਿਜ਼ਲਟ ਜਿਹੜੇ ਹੁੰਦੇ ਆ ਉਸ ਸ਼ੁਰੂ ਤੋਂ ਲੈ ਕੇ, ਕਿਉਂਕਿ ਉਹਦੇ ਵਿੱਚ ਇਹਨਾਂ ਨੂੰ ਪਤਾ ਲਗਾ ਰਿਹਾ ਵੀ ਅਲਫਾ ਵੇਰੀਐਂਟ ਕਿੰਨਾ ਆ, ਡੈਲਟਾ ਵੇਰੀਐਂਟ ਕਿੰਨਾ ਆ ਤੇ ਕਾਪਾ ਵੇਰੀਐਂਟ ਜਿਹੜਾ ਆ ਕਿੰਨੇ ਪਰਸੈਂਟੇਜ ਜਿਹੜੇ ਇਹਨਾਂ ਦੀ ਆ ਰਹੀ ਆ। ਤੇ ਇਸ ਤੋਂ ਇਲਾਵਾ ਜਿਹੜਾ ਬੇਟਾ ਤੇ ਗਾਮਾ ਜਿਹੜੇ ਵੇਰੀਐਂਟ ਆ ਇਹ ਵੀ ਜਿਹੜੇ ਆ ਸਾਰੇ ਨਾਮ ਆ। ਮੈਂ ਤੁਹਾਨੂੰ ਦੱਸ ਦਵਾਂ ਅਲਫਾ ਵੇਰੀਐਂਟ ਜਿਹੜਾ ਇੰਗਲਿਸ਼ ਵੇਰੀਐਂਟ ਕਹਿੰਦੇ ਆ, ਇੰਡੀਅਨ ਜਿਹੜਾ ਵੇਰੀਐਂਟ ਉਹਨੂੰ ਡੈਲਟਾ ਕਹਿੰਦੇ ਆ, ਬੇਟਾ ਜਿਹੜਾ ਵੇਰੀਐਂਟ ਉਹਨੂੰ ਸਾਊਥ ਅਫਰੀਕਾ ਦਾ ਵੇਰੀਐਂਟ ਨਾਮ ਉਹਦਾ, ਤੇ ਗਾਮਾ ਜਿਹੜਾ ਆ ਇਹ ਬ੍ਰਾਜ਼ੀਲ ਦਾ ਜਿਹੜੀ ਵੇਰੀਐਂਟ ਆ ਉਹਦਾ ਨਾਮ ਆ। ਸਾਇੰਸ ਦੀ ਭਾਸ਼ਾ ਦੇ ਵਿੱਚ ਇਹਨੂੰ ਬੇਟਾ, ਗਾਮਾ, ਅਲਫਾ ਤੁਸੀਂ ਪੜ੍ਹਿਆ ਹੋਣਾ ਸਕੂਲਾਂ ਦੇ ਵਿੱਚ, ਜਿਹੜੇ ਆਪਣੇ ਪੜ੍ਹਦੇ ਆ ਇੱਥੇ ਉਹਦੇ ਵਿੱਚ ਦੱਸਦੇ ਹੁੰਦੇ ਆ ਕੀ ਚੀਜ਼ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਜਿਹੜੀ ਲੈਂਗੁਏਜ ਹੈ ਸਾਇੰਸ ਦੀ। ਤੇ ਜਿਹੜੇ ਜੂਨ ਤੋਂ ਸ਼ੁਰੂ ਤੋਂ ਲੈ ਕੇ ਉਹਨੂੰ ਰਿਜ਼ਲਟ ਜਿਹੜੇ ਆ ਸਟਾਰਟ ਕੀਤੇ ਆ ਦੁਬਾਰਾ ਪੋਜ਼ੀਟਿਵ ਬੰਦਿਆਂ ਦੇ। ਜੇਕਰ ਆਪਾਂ ਗੱਲ ਕਰੀਏ ਕਨਫਰੰਟੋ ਦੀ, ਕਨਫਰੰਟੋ ਜੇਕਰ ਕਰੀਏ ਆਪਾਂ ਮੇਦਾ ਜੂਨੀਅਰ ਦੇ ਨਾਲ, ਜਾਣੀ ਕਿ ਜੂਨ ਦਾ ਤੱਕ ਜਿਹੜਾ ਇੰਗਲਿਸ਼ ਵੇਰੀਐਂਟ ਜਿਹੜਾ ਆ ਜੀ ਉਹ ਜਿਹੜਾ ਆ ਲੇਜਰਮੈਂਟ ਜਿਹੜਾ ਘਟ ਗਿਆ ਆ, ਉਹ 68% ਤੋਂ 64% ਤੱਕ ਜਿਹੜਾ ਆ ਗਿਆ ਆ। ਜਿਹੜਾ ਇੰਡੀਅਨ ਵੇਰੀਐਂਟ ਜਿਹੜਾ ਆ ਜੀ ਡੈਲਟਾ ਵੇਰੀਐਂਟ ਜਿਹੜਾ ਆ ਇਹਦੀ ਜਿਹੜੀ ਪ੍ਰੈਜ਼ੈਂਸ ਆ ਜਿਹੜੀ ਉਹ ਵੱਧ ਰਹੀ ਆ। ਇਹ ਜਿਹੜਾ ਪ੍ਰੈਜ਼ੈਂਸ ਆ ਜਿਹੜੀ ਫਿਲਹਾਲ ਇਹਦੀ ਜਿਹੜੀ ਆ 1.2% ਸੀਗੀ ਪਹਿਲਾਂ ਮਈ ਦੀ ਜੇਕਰ ਗੱਲ ਕਰੀਏ, ਉਸ ਤੋਂ ਬਾਅਦ ਫਿਰ ਇਹ ਜੂਨ ਦੀ ਅੱਧ ਤੱਕ ਜਿਹੜੀ ਆ 1.1% ਆ ਗਈ। ਹੁਣ ਜਿਹੜੇ ਅੱਜ ਦੀ ਜੇਕਰ ਗੱਲ ਕਰੀਏ ਅੱਜ ਦੀ ਰਿਪੋਰਟ ਦੀ, ਤੇ ਜਿਹੜੇ ਡੈਲਟਾ ਵੇਰੀਐਂਟ ਜਿਹੜਾ 3.2% ਜਿਹੜਾ ਆ ਚੁੱਕਾ ਆ। ਇਹ ਜਿਹੜੀ ਗੱਲ ਹੈ ਸਿਰਫ ਲੁੰਬਾਰਦੀਆਂ ਦੀ ਆਪਾਂ ਕਰ ਰਹੇ ਹਾਂ, ਤੇ ਇਹਨਾਂ ਦੇ ਵਿੱਚ ਡੈਲਟਾ ਵੇਰੀਐਂਟ ਤਾਂ ਹੈਗਾ ਹੀ ਆ। ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਆ ਸੋਤੋ ਵਾਰੀਐਂਟ ਆ ਜਿਹਦਾ ਨਾਮ ਹੈਗਾ ਕਾਪਾ, ਉਹ ਵੀ ਜਿਹੜਾ 0.8% ਜਿਹੜਾ ਆ ਜੀ ਆ ਰਿਹਾ। ਇੱਕ ਹੋਰ ਨਵਾਂ ਵੇਰੀਐਂਟ ਜਿਹੜਾ ਆ ਉਹ ਆ ਰਿਹਾ ਵਿੱਚ। ਤੇ ਜਿਹੜੇ ਵੀ ਉਹ ਕੇਸ ਆ ਲੁੰਬਾਰਦੀਆਂ ਦੇ ਵਿੱਚ ਉਹ ਜਿਹੜੇ ਵਧਣੇ ਸਟਾਰਟ ਹੋ ਚੁੱਕੇ ਆ ਲਗਾਤਾਰ। ਜਿਹੜੇ ਕੇਸ ਆ ਹੁਣ ਕੁਝ ਦਿਨਾਂ ਦੇ ਜਿਹੜੇ ਦੁਬਾਰਾ ਆਉਣੇ ਜਿਹੜੇ ਆ ਹਾਈ ਜਿਹੜੇ ਆ ਸ਼ੁਰੂ ਹੋ ਗਏ ਆ, ਜਿਹੜੀ ਕਿ ਬਹੁਤ ਵੱਡੀ ਜਿਹੜੀ ਪ੍ਰੋਬਲਮ ਜਿਹੜੀ ਆ ਬਣਦੀ ਜਾ ਰਹੀ ਆ। ਤੇ ਇਸ ਤੋਂ ਬਾਅਦ ਜਿਹੜੀ ਇੱਕ ਹੋਰ ਵੱਡੀ ਪ੍ਰੋਬਲਮ ਉਹ ਇਹ ਆ ਵੀ ਜਿਹੜੇ ਲੋਕਾਂ ਕੋਲ ਹੁਣ ਜਿਹੜੇ ਸਤਰਾਨੇਰੀ ਬੰਦੇ ਆ ਜਿਹੜੇ ਕਿ ਪ੍ਰੀਵੀ ਡਾਕੂਮੈਂਟ ਯਾਨੀ ਕਿ ਉਹਨਾਂ ਡਾਕੂਮੈਂਟ ਉਹਨਾਂ ਕੋਲ ਹੈ ਨਹੀਂ ਗੇ, ਉਹਨਾਂ ਵਾਸਤੇ ਉਹ ਵੀ ਇੱਕ ਪ੍ਰੋਬਲਮ ਜਿਹੜੀ ਆ ਕ੍ਰੀਏਟ ਹੋ ਰਹੀ ਉਹਨਾਂ ਦੀ, ਕਿਉਂਕਿ ਉਹਨੂੰ ਪਤਾ ਨਹੀਂ ਲੱਗ ਰਿਹਾ। ਕਿਉਂਕਿ ਜੇਕਰ ਡਾਕੂਮੈਂਟ ਨਹੀਂ ਹੈਗੇ ਸਰਕਾਰ ਕੋਲ ਤੇ ਉਹਨਾਂ ਦਾ ਜਿਹੜਾ ਆ ਟਰੇਸ ਕਰਨੇ ਬੰਦੇ ਔਖੇ ਆ। ਸੋ ਇਸ ਕਰਕੇ ਹੁਣ ਜਿਹੜਾ ਇਸ ਵੀਕਐਂਡ ਦੇ ਵਿੱਚ ਕਿਹੜੇ ਉਹਨਾਂ ਦੇ 20 ਲੀਬਰਾ ਕਰਨਾ ਹੈ, ਜਾਂ ਕਿ ਸਾਰੇ ਜਿਹੜੇ ਆਪਣੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਉਹ ਆਪਣਾ ਵੈਕਸੀਨ ਜਿਹੜੇ ਆਪਣੀ ਉਤਸਵਨੇ ਕਰਨ, ਜਾਂ ਫਿਰ ਜਿਹੜਾ ਕੋਈ ਕੌਦੀ 'ਚ SATP ਹੁੰਦਾ ਆ ਉਹ ਕੌਦੀ 'ਚ SATP ਦੇ ਨਾਲ ਇੱਕ ਉਹਨੂੰ ਵੱਖਰਾ ਪਿਆਤਾ ਫੋਰਮਾ ਹੋਊਗਾ ਜਿਹਦੇ ਵਿੱਚ ਜਿਹੜੇ ਆਪਣੇ ਵਾਚਨੈਸੋਨੇ ਆਪਣੀ ਉਤਸਵਨੇ ਜਿਹੜੀ ਕਰ ਸਕਦੇ ਆ। ਤੇ ਇਸ ਤੋਂ ਬਾਅਦ ਗੱਲ ਕਰੀਏ ਜੀ ਅਗਲੀ ਅਪਡੇਟ ਦੀ। ਅਗਲੀ ਗੱਲ ਆਪਣੀ ਹੈਗੀ ਹੈ ਟਰਾਂਸਪੋਰਟ ਨੂੰ ਲੈ ਕੇ, ਜਿਹੜਾ ਸਿਸਟਮ ਆ ਟਰਾਂਸਪੋਰਟ ਤੋਂ ਇੱਥੇ ਦਾ ਉਹਨੂੰ ਲੈ ਕੇ। ਰੋਮਾਂ ਦੇ ਵਿੱਚ ਜਿਹੜੇ ਮੈਟਰੋ ਦੀ ਜੇਕਰ ਗੱਲ ਕਰੀਏ ਆਪਾਂ, ਤੇ ਜਿਹੜੇ ਡਿਸਟੈਂਸਾਂ ਮੇਨ ਤੋਂ ਜਿਹੜਾ ਆ ਜੀ ਉਹ ਜਿਹੜਾ ਆ ਹੁਣ ਉਹਦੀ ਜਿਹੜੀ ਆ ਗਾਰੰਟੀ ਤੋਂ ਨਹੀਂ ਮਿਲ ਰਿਹਾ ਉਹ, ਕਿਉਂਕਿ ਡਿਸਟੈਂਸ ਜਿਹੜਾ ਲੋਕੀ ਨਹੀਂ ਫੋਲੋ ਕਰ ਰਹੇ ਮੈਟਰੋ ਦੇ ਵਿੱਚ। ਤੇ ਜਿਹੜੀਆਂ ਮੈਟਰੋ ਜਿਹੜੀਆਂ ਅੱਜ ਦੀ ਗੱਲ ਕਰੀਏ ਉਹ ਜਿਹੜੀਆਂ ਬਿਲਕੁਲ ਪੀਣੀ ਹੁੰਦੀਆਂ, ਯਾਨੀ ਕਿ ਬਿਲਕੁਲ ਭਰੀਆਂ ਹੁੰਦੀਆਂ, ਤੇ ਕੋਈ ਵੀ ਜਿਹੜਾ ਕੰਟਰੋਲ ਜਿਹੜਾ ਵਿੱਚ ਨਹੀਂ ਕੀਤਾ ਜਾਂਦਾ ਉਹਨਾਂ ਦੇ।
ਤੇ ਜੇਕਰ ਗੱਲ ਕਰੀਏ ਆਪਾਂ ਬੱਸਾਂ ਦੀ, ਜਿਹੜੇ ਆਟੋਬੂਸ ਹੁੰਦੇ ਆ ਉਹਨਾਂ ਵਿੱਚ ਵੀ ਕੰਟਰੋਲ ਜਿਹੜਾ ਨਹੀਂ ਹੈਗਾ, ਮੈਟਰੋਪੋਲੀਟਾਨਾ ਵਿੱਚ ਵੀ ਕੋਈ ਕੰਟਰੋਲ ਨਹੀਂ ਹੈਗਾ। ਤੇ ਅੱਜ ਤੋਂ ਜਿਹੜੇ ਆ ਅੱਗੇ ਲਿਮਿਟ ਇਹ 50% ਸੀਗੀ, ਤੇ ਅੱਜ ਤੋਂ ਜਿਹੜੀ ਲਿਮਿਟ ਜਿਹੜੀ ਆ ਉਹ ਜਿਹੜੀ ਆ 80% ਜਿਹੜੀ ਆ ਕਰਨ ਦੀ ਜਿਹੜੀ ਆ ਇਹਨਾਂ ਨੇ ਕੀਤੀ ਸੀਗੀ ਕੋਸ਼ਿਸ਼। ਪਰ ਜੇਕਰ 50% ਦੇ ਵਿੱਚ ਵੀ ਇੰਨੇ ਜ਼ਿਆਦਾ ਜਿਹੜੇ ਲੋਕ ਜਿਹੜੇ ਆ ਸਿਸਟਮ ਦੇ ਵਿੱਚ ਜਿਹੜਾ ਸਫ਼ਰ ਕਰਦੇ ਆ ਬਿਨਾਂ ਕੋਈ ਪ੍ਰੋਬਲਮ ਤੋਂ, ਜਾਣੀ ਕਿ ਬਿਨਾਂ ਕੋਈ ਸੇਫਟੀ ਤੋਂ, ਅਤੇ ਜਿਹੜੀ ਹੈ ਜਦੋਂ 80% ਜਦੋਂ ਕਰ ਦਿੱਤੀ ਗਈ ਸਾਰੇ ਇਲਾਕਿਆਂ ਦੇ ਵਿੱਚ, ਅਤੇ ਉਸ ਵਕਤ ਜਿਹੜੀ ਪ੍ਰੋਬਲਮ ਜਿਹੜੀ ਹੈ ਵੱਡੀ ਬਣ ਸਕਦੀ ਆ। ਇਹਦੇ ਬਾਰੇ ਜਿਹੜੀ ਸਰਕਾਰ ਨੂੰ ਜਿਹੜੀ ਹੁਣ ਇਹਦੇ ਬਾਰੇ ਨਵੀਂ ਕੋਈ ਸਕੀਮ ਜਿਹੜੀ ਸੋਚਣੀ ਪੈਣੀ ਆ, ਕਿਉਂਕਿ ਇਹਦੇ ਨਾਲ ਜਿਹੜੇ ਆ ਵਾਇਰਸ ਫਿਰਨ ਦੀ ਜਿਹੜੀ ਆ ਸਪੀਡ ਆ ਹੋਰ ਜ਼ਿਆਦਾ ਜਿਹੜੀ ਆ ਵੱਧ ਜਾਣੀ ਆ। ਇਸ ਤੋਂ ਬਾਅਦ ਗੱਲ ਕਰੀਏ ਵੀਰੋ ਇੱਕ ਹੋਰ ਅਪਡੇਟ ਦੀ। ਅਗਲੀ ਅਪਡੇਟ ਆਪਣੀ ਹੈਗੀ ਆ ਜੀ ਇੱਕ ਕੁੜੀ ਦੀ ਇਹ ਘਟਨਾ ਆ, 18 ਸਾਲ ਦੀ ਕੁੜੀ ਸੀਗੀ। ਅਤੇ ਜਿਹੜੀ ਘਟਨਾ ਹੈ ਉਹਦੇ ਨਾਲ ਵਾਪਰੀ ਘਟਨਾ ਕੀ ਹੋਈ ਹੈ ਵੀ ਜਿਹੜੀ ਇਹ ਕੁੜੀ ਸੀਗੀ 18 ਸਾਲ ਦੀ, ਇਹਨਾਂ ਨੇ ਇੱਕ ਮੁੰਡੇ ਨੂੰ ਜਿਹੜਾ ਆ ਔਨਲਾਈਨ ਇਹ ਚੈਟਿੰਗ ਦੇ ਤੌਰ 'ਤੇ ਜਿਹੜਾ ਇਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਜਿਹੜੀ ਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਔਨਲਾਈਨ ਜਿਹੜੀ ਚੈਟ ਇਹਨਾਂ ਦੀ ਜਿਹੜੀ ਆ ਵਧੀਆ ਜਿਹੜੀ ਆ ਚੱਲਣ ਲੱਗ ਗਈ। ਅਤੇ 24 ਸਾਲ ਦੀ ਉਮਰ ਸੀ ਮੁੰਡੇ ਦੀ। ਅਤੇ ਇਹ ਜਿਹੜੀ ਕੁੜੀ ਆ ਜੀ ਇਹਨੇ ਪੁਲਿਸ ਦੇ ਵਿੱਚ ਜਾ ਕੇ ਜਿਹੜੇ ਉਸ ਜਿਹੜੇ ਆਫਿਸ ਹੁੰਦਾ ਉੱਥੇ ਜਾ ਕੇ ਇਹਨੇ ਰਿਪੋਰਟ ਦਰਜ ਕਰਾਈ ਆ ਆਪਣੀ। ਇਹਨੇ ਬੇਸਿਕਲੀ ਕੁੜੀ ਨੇ ਇਹਦੇ ਨਾਲ ਘਟਨਾ ਇਹ ਵਾਪਰੀ ਆ ਵੀ ਜਿਹੜੀ ਕੁੜੀ ਜਿਹੜੀ ਸੀਗੀ ਜੀ ਆਪਸ ਦੇ ਵਿੱਚ ਜਦੋਂ ਇਹਨਾਂ ਦੀ ਚੈਟ ਵਗੈਰਾ ਅੱਗੇ ਵਧੀ ਆ, ਅਤੇ ਮੁੰਡੇ ਨੂੰ ਜਦੋਂ ਜਾ ਕੇ ਮਿਲੀ ਆ ਕੁੜੀ, ਅਤੇ ਮੁੰਡੇ ਨੇ ਜੇ ਇੱਕ ਪਾਰਕ ਦੇ ਵਿੱਚ ਕੁੜੀ ਨੂੰ ਲਿਜਾ ਕੇ ਜਿਹੜਾ ਜੀ ਪਹਿਲਾਂ ਤਾਂ ਆਪਣੀ ਗੱਡੀ ਵਿੱਚ ਉਹਨੂੰ ਜਿਹੜਾ ਅੰਦਰ ਨੂੰ ਖਿੱਚ ਲਿਆ ਕੁੜੀ ਨੂੰ, ਅਤੇ ਨਾਲ ਵਾਇਲੈਂਸ ਕੀਤੀ। ਇਸ ਤੋਂ ਬਾਅਦ ਕੁੜੀ ਨੂੰ ਜਿਹੜੀ ਸੀਗੀ ਕੁੜੀ ਨੂੰ ਜਿਹੜਾ ਬਾਹਰ ਸੜਕ ਦੇ ਉੱਤੇ ਜਿਹੜਾ ਸਿੱਟ ਦਿੱਤਾ, ਧੱਕਾ ਮਾਰ ਕੇ, ਯਾਨੀ ਕਿ ਆਪਣੀ ਗੱਡੀ ਤੋਂ ਬਾਹਰ ਛੱਡ ਦਿੱਤਾ ਕੁੜੀ ਨੂੰ। ਅਤੇ ਉਹ ਜਿਹੜੀ ਕੁੜੀ ਸੀਗੀ ਜੀ ਕੁੜੀ ਉਸ ਤੋਂ ਬਾਅਦ ਫਿਰ ਜਿਹੜੀ ਜਦੋਂ ਇਹ ਕੰਮ ਉਹਦੇ ਨਾਲ ਹੋਇਆ ਆ, ਅਤੇ ਪੁਲਿਸ ਦੇ ਵਿੱਚ ਉਹਨੇ ਰਿਪੋਰਟ ਕੀਤੀ ਆ, ਅਤੇ ਆਇਡੈਂਟੀ ਸੀਗੀ ਜਿਹੜੀ ਮੁੰਡੇ ਦੀ ਆਇਡੈਂਟੀ ਸੀਗੀ, ਜਿਹੜੀ ਆਇਡੈਂਟੀਟੀ ਸੀਗੀ ਉਹ ਜਿਹੜੀ ਆ ਪੁਲਿਸ ਨੂੰ ਉਸੇ ਵਕਤ ਪਤਾ ਲੱਗ ਗਈ। ਅਤੇ ਉਸੇ ਵਕਤ ਜਿਹੜੇ ਪੁਲਿਸ ਨੇ ਸੀਗਾ ਉਹਦੀ ਨਾਲ ਤਾਂ ਗੱਡੀ ਜਿਹੜੀ ਅਰੈਸਟ ਕਰ ਲਈ ਆ, ਅਤੇ ਨਾਲ ਜਿਹੜਾ ਮੁੰਡਾ ਸੀਗਾ ਉਹ ਵੀ ਜਿਹੜਾ ਫੜਿਆ ਗਿਆ ਆ। ਅਤੇ ਜਿਹੜੇ ਸਿੰਧਕ ਆ ਜੀ ਇਸ ਪਿੰਡ ਦੇ, ਇਹ ਪਾਇਸ ਦੇ ਪਿੰਡ ਹੈ ਜੀ, ਪਾਇਸ ਦੇ ਵੇਜ਼ੂਵੀਆਨੋ ਜੋਵਾਨੀ ਪਾਲੋਂਬਾ, ਅਤੇ ਇਸ ਪਿੰਡ ਦਾ ਨਾਮ ਆ। ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜੋ ਘਟਨਾ ਇਹ ਹੋਈ ਹੈ ਇਹ ਬਹੁਤ ਕਹਿ ਸਕਦੇ ਆਪਾਂ ਵੀ ਘਟੀਆ ਹਰਕਤ ਜਿਹੜੀ ਮੁੰਡੇ ਨੇ ਕੀਤੀ ਹੈ ਵੀ ਇੰਨਾ ਅੱਛੀ ਤਾਬਿਲ ਆ। ਅਤੇ ਉਹਨਾਂ ਨੇ ਕਿਹਾ ਵੀ ਇਹ ਕਾਫੀ ਉਹਨਾਂ ਨੇ ਨਿੰਦਾ ਜਿਹੜੀ ਔਨਲਾਈਨ ਦੀ ਇਹ ਕਾਫੀ ਨਿੰਦਾ ਜਿਹੜੀ ਕੀਤੀ ਹੈ ਇਸ ਘਟਨਾ ਦੀ। ਇਸ ਤੋਂ ਬਾਅਦ ਗੱਲ ਕਰੀਏ ਅਗਲੀ ਅਪਡੇਟ ਦੀ। ECDC ਜਿਹੜੀ ਹੈ ਇਹਨਾਂ ਦੇ ਹਿਸਾਬ ਦੇ ਨਾਲ ਇੱਕ ਜਿਹੜੀ ਇਹਨਾਂ ਨੇ ਨਵੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ। ਉਹਨੇ ਕਿਹਾ ਵੀ ਜਿਹੜੇ ਲੋਕ ਫਰਾਜੀਲ ਹੈ, ਯਾਨੀ ਕਿ ਇਹਨਾਂ ਨੂੰ ਕਾਫੀ ਪ੍ਰੋਬਲਮ ਹੈ, ਸਰੀਰਕ ਤੌਰ ਤੋਂ ਕਮਜ਼ੋਰ ਹੈ ਲੋਕ, ਉਹ ਜਿਹੜੀ ਆ ਉਹਨਾਂ ਦੇ ਸੈਕਿੰਡ ਡੋਜ਼ ਜਿਹੜੀ ਆ ਬਹੁਤ ਜਲਦ ਜਿਹੜੀ ਆ ਲਗਾ ਦਿੱਤੀ ਜਾਣੀ ਹੈ। ਕਿਉਂਕਿ ਜਿਨ੍ਹਾਂ ਲੋਕਾਂ ਦੇ ਵੈਕਸੀਨ ਨਹੀਂ ਲੱਗਾ ਜਾਂ ਜਿਹਨਾਂ ਸਿਰਫ ਇੱਕ ਵੈਕਸੀਨ ਜਿਹੜੀ ਲੱਗੀ ਆ, ਉਹਨਾਂ ਦਾ ਜਿਹੜਾ ਰਿਸਕ ਹੈ ਜੀ ਉਹ ਇਸ ਵਕਤ ਹਾਈ ਅਲਰਟ 'ਤੇ ਆ ਬੰਦੇ, ਕਿਉਂਕਿ ਜਿਹੜਾ ਨਵਾਂ ਵੈਰੀਐਂਟ ਜਿਹੜਾ ਆ ਅਸਰ ਜਿਹੜਾ ਜ਼ਿਆਦਾ ਕਰ ਰਿਹਾ, ਸੋ ਇਸ ਕਰਕੇ ਡਬਲ ਡੋਜ਼ ਸਭ ਦੀ ਜਿਹੜੀ ਲੱਗਣੀ ਜ਼ਰੂਰੀ ਆ। ਇਸ ਤੋਂ ਬਾਅਦ ਗੱਲ ਕਰੀਏ UK ਦੀ। UK ਦੇ ਵਿੱਚ ਜਿਹੜਾ ਇਹ ਕੰਮ ਜਿਹੜਾ ਜੀ ਲਗਾਤਾਰ ਖਰਾਬ ਹੋਈ ਜਾ ਰਿਹਾ। ਅੱਜ ਦੀ ਜੇਕਰ ਗੱਲ ਕਰੀਏ UK ਦੀ, ਅਤੇ ਅੱਜ ਜਿਹੜੇ ਕੇਸ ਆ UK ਦੇ 16,000 ਜਿਹੜਾ ਕੇਸ ਆ ਨਵਾਂ ਆਇਆ ਆ, ਅਤੇ 19 ਬੰਦਿਆਂ ਦੀ ਜਾਨ ਗਈ ਆ। 16,000 ਜਿਹੜਾ ਕੇਸ ਤੁਸੀਂ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹਾਂ ਵੀ ਕਿਸੇ ਦਿਨ ਆਪਣੇ ਤਕਰੀਬਨ 1 ਮਹੀਨੇ ਪਹਿਲਾਂ UK ਦੇ ਵਿੱਚ ਜਿਹੜੇ 300-400 ਕੇਸ ਆਉਣ ਲੱਗ ਗਏ ਸੀਗੇ, 200 ਤੱਕ ਕੇਸ ਪਹੁੰਚ ਗਏ ਸੀਗੇ। ਅੱਜ ਹੁਣ ਫਿਰ ਦੁਬਾਰਾ 16,000 ਜਿਹੜੇ ਕੇਸ ਆ ਆਏ ਆ। ਅਤੇ ਸੇਮ ਇਹੀ ਕੰਮ ਜਿਹੜਾ ਇਟਲੀ ਵਿੱਚ ਆਪਣੇ ਹੋਣ ਦੀ ਜਿਹੜੀ ਉਮੀਦ ਕਰ ਰਹੇ ਆ ਸਾਇੰਟਿਸਟ ਜਿਹੜੇ ਆ। ਅਤੇ ਇੰਗਲੈਂਡ ਦੇ ਤਕਰੀਬਨ 82.5% ਪੋਪੂਲੇਸ਼ਨ ਨੂੰ ਜਿਹੜੇ ਉਹਨਾਂ ਨੂੰ ਬੱਚੀ ਨੂੰ ਜਿਹੜਾ ਲੱਗ ਚੁੱਕਾ ਆ, ਫਿਰ ਵੀ ਜਿਹੜੇ ਕੇਸ ਆ ਨਹੀਂ ਹਟ ਰਹੇ। ਅਤੇ ਜਿਹੜੀ ਨਵੀਂ ਜਿਹੜੀ ਪ੍ਰੋਬਲਮ ਹੁਣ ਜਿਹੜੀ ਆ ਬਣ ਚੁੱਕੀ ਹੈ, ਵੈਰੀਐਂਟ ਜਿਹੜਾ ਆ ਜ਼ਿਆਦਾ ਖਤਰਨਾਕ ਆ। ਇਸ ਤੋਂ ਬਾਅਦ ਗੱਲ ਕਰੀਏ ਅਗਲੀ ਅਪਡੇਟ ਦੀ। ਅਗਲੀ ਅਪਡੇਟ ਆਪਣੀ ਹੈਗੀ ਹੈ ਡੈਲਟਾ ਨੂੰ ਲੈ ਕੇ ਆ। ਇਹਨਾਂ ਨੇ ਕਿਹਾ ਵੀ ਜਿਹੜੇ ਜਦੋਂ ਜਿਹੜੇ ਉਸਤਾਦ ਜਿਹੜੇ ਖਤਮ ਹੋਣੇ, ਜਿਹੜੀਆਂ ਛੁੱਟੀਆਂ ਖਤਮ ਹੋਣੀਆਂ ਲੋਕਾਂ ਦੀਆਂ, ਜਿਹੜਾ ਡੈਲਟਾ ਵੈਰੀਐਂਟ ਜਿਹੜਾ ਜੀ 90% ਕੇਸਾਂ ਦੇ ਵਿੱਚ ਇਕੱਲਾ ਡੈਲਟਾ ਵੈਰੀਐਂਟ ਹੀ ਯੂਰਪ ਦੇ ਵਿੱਚ ਮਿਲਣਾ ਆ, ਅਤੇ ਉਹਦੇ ਨਾਲ ਕੰਮ ਪੂਰੇ ਯੂਰਪ ਜਿਹੜਾ ਖਰਾਬ ਹੋਣਾ ਆ। ਅਤੇ ਇਸ ਤੋਂ ਇਲਾਵਾ ਗੱਲ ਕਰੀਏ ਮੈਰਕਲ ਦੀ, ਜਿਹੜੇ ਕਿ ਜਰਮਨ ਦੇ ਜਿਹੜੇ ਆ ਉੱਥੇ ਦੇ ਜਿਹੜੇ ਪ੍ਰਧਾਨ ਮੰਤਰੀ ਆ ਅੰਜੇਲਾ ਮੈਰਕਲ, ਉਹਨਾਂ ਨੂੰ ਦੱਸਿਆ ਗਿਆ, ਉਹਨੇ ਕਿਹਾ ਵੀ ਜਿਹੜੇ ਪੈਂਡੇਮੀ ਹਲੇ ਤੱਕ ਖਤਮ ਨਹੀਂ ਹੋਈ ਹੈਗੀ, ਹਲੇ ਵੀ ਅਸੀਂ ਜਿਹੜੀਆਂ ਪ੍ਰੋਬਲਮ ਦੇ ਵਿੱਚ ਫਸੇ ਹੋਏ ਹਾਂ। ਸੋ ਇਸ ਕਰਕੇ ਨਵੇਂ ਜਿਹੜੇ ਵੈਰੀਐਂਟ ਸਾਨੂੰ ਕਾਫੀ ਪਰੇਸ਼ਾਨ ਕਰ ਰਹੇ ਆ, ਅਤੇ ਸਾਨੂੰ ਜਿਹੜਾ ਆ ਹਲੇ ਵੀ ਅਲਰਟ ਰਹਿਣ ਦੀ ਜਿਹੜੀ ਲੋੜ ਆ। ਅਤੇ ਇਸ ਤੋਂ ਬਾਅਦ ਗੱਲ ਕਰੀਏ ਮਾਰੀਓ ਦਰਾਗੀ ਦੀ। ਮਾਰੀਓ ਦਰਾਗੀ ਜੀ ਨੇ ਨਵੇਂ ਅਪਡੇਟ ਦਿੱਤੀ ਹੈ ਸਕੂਲਾਂ ਦੇ ਉੱਤੇ ਅਤੇ ਟਰਾਂਸਪੋਰਟ ਦੇ ਸਿਸਟਮ ਦੇ ਉੱਤੇ। ਉਹਨਾਂ ਨੇ ਕਿਹਾ ਵੀ ਪਿਛਲੇ ਸਾਲ ਅਸੀਂ ਜਿਹੜੇ ਆ ਟਰਾਂਸਪੋਰਟ ਸਿਸਟਮ ਨੂੰ 50% ਦੀ ਉਹਨਾਂ ਦੀ ਜਿਹੜੀ ਪਰਸੈਂਟੇਜ ਕੀਤੀ ਸੀਗੀ, ਪਰ ਉਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਹੋਇਆ, ਸਕੂਲ ਸਾਡੇ ਫਿਰ ਵੀ ਬੰਦ ਹੋ ਗਏ। ਇਸ ਵਾਰ ਸਾਨੂੰ ਜਿਹੜਾ ਨਵੀਂ ਕੋਈ ਸਕੀਮ ਲਾਉਣੀ ਪੈਣੀ ਆ ਤਾਂ ਕਿ ਜਿਹੜੇ ਸਕੂਲ ਸਤੰਬਰ ਤੋਂ ਜਿਹੜੇ ਬੱਚਿਆਂ ਦੇ ਬੰਦ ਨਾ ਹੋਣ। ਟਰਾਂਸਪੋਰਟ ਸਿਸਟਮ ਸਾਨੂੰ ਇਸੇ ਤਰ੍ਹਾਂ ਔਰਗਨਾਈਜ਼ ਕਰਨਾ ਪੈਣਾ ਵੀ ਜਿਹੜੇ ਬੱਚੇ ਆ ਉਹ ਆਪਣੇ ਸਕੂਲ ਦੇ ਵਿੱਚ ਜਾ ਸਕਣ, ਨਾ ਕਿ ਇਹ ਪ੍ਰੋਬਲਮ ਜਿਹੜੀਆਂ ਦੁਬਾਰਾ ਨਾ ਪੈਣ। ਇਸ ਤੋਂ ਬਾਅਦ ਗੱਲ ਕਰੀਏ ਇਜ਼ਰਾਈਲ ਦੀ। ਇਜ਼ਰਾਈਲ ਇੱਕ ਕੰਟਰੀ ਆ ਜਿਹਦੇ ਵਿੱਚ ਕੇਸ ਜਿਹੜੇ ਆ ਬਹੁਤ ਘੱਟ ਗਏ ਸੀਗੇ। ਇਜ਼ਰਾਈਲ ਜਿਹੜਾ ਦੁਬਾਰਾ ਜਿਹੜਾ ਜੀ ਹੁਣ ਓਬਲੀਗੋ ਜਿਹੜਾ ਆ ਕਰਨ ਜਾ ਰਿਹਾ ਮਾਸਕਰੀਨੇ ਦੇ ਅਲਕਿਊਜ਼ੋ ਦੇ ਵਿੱਚ, ਕਿਉਂਕਿ ਉੱਥੇ ਜਿਹੜੇ ਆ ਡੈਲਟਾ ਵੇਰੀਐਂਟ ਦੇ ਜਿਹੜੇ ਆ ਕਾਫੀ ਕੇਸ ਜਿਹੜੇ ਆਏ ਆ ਪਿਛਲੇ 24 ਆਵਰ ਦੇ ਵਿੱਚ। ਇਜ਼ਰਾਈਲ ਦੇ ਵਿੱਚ ਉਹਨੇ ਮਾਸਕ ਜਿਹੜੇ ਬਿਲਕੁਲ ਜਿਹੜੇ ਖਤਮ ਕਰਤੇ ਸੀਗੇ, ਉੱਥੇ ਮਾਸਕ ਨਹੀਂ ਸੀਗੇ ਕਾਫੀ ਚਿਰ ਤੋਂ, ਹੁਣ ਜਿਹੜੇ ਦੁਬਾਰਾ ਮਾਸਕ ਜਿਹੜੇ ਲਗਾਉਣ ਦੀ ਲੋੜ ਉੱਥੇ ਪੈ ਰਹੀ ਆ। ਅਤੇ ਇਸ ਤੋਂ ਬਾਅਦ ਅਲਾਫੀ ਨੇ ਗੱਲ ਕਰਾਂਗੇ ਆਪਾਂ ਜਿਹੜੇ ਬੋਲੇਤੀਨੋ ਹੁੰਦੀ ਆ ਆਪਣੀ ਹਰ ਰੋਜ਼ ਦੀ, ਉਹਦੇ ਬਾਰੇ। ਸਭ ਤੋਂ ਪਹਿਲਾਂ ਗੱਲ ਕਰੀਏ ਤੰਪੋਨੀ ਦੀ। 109 ਤਾਂ ਦੂਏ ਮੀਲਾ ਤੰਪੋਨੀ ਅੱਜ ਕੀਤੇ ਗਏ, ਜਾਣੀ ਕਿ 1,12,000 ਟੈਸਟ ਕੀਤਾ ਗਿਆ ਆ, 1,92,000 ਸੌਰੀ। ਅਤੇ 835 ਜਿਹੜਾ ਕੇਸ ਆ ਜੀ ਨਵਾਂ ਆਇਆ ਅੱਜ,
ਤੇ 31 ਬੰਦੇ ਦੀ ਜਾਨ ਗਈ ਹੈ ਤੇ ਅੱਜ 4692 ਜਿਹੜਾ ਬੰਦਾ ਹੈ ਠੀਕ ਵੀ ਹੋਇਆ, ਜਿਨ੍ਹਾਂ ਆਪਣੇ ਐਕਟਿਵ ਕੇਸ ਜਿਹੜੇ ਆ ਜੋ 7 ਤੇ ਦੂਏ ਮੀਲਾ ਜਿਹੜੇ ਆ ਚੁੱਕੇ ਆ, ਯਾਨੀ ਕਿ 72964 ਜਿਹੜੇ ਕੇਸ ਆਪਣੇ ਐਕਟਿਵ ਜਿਹੜੇ ਚੱਲਦੇ ਪਏ ਆ। ਇਸ ਤੋਂ ਇਲਾਵਾ ਗੱਲ ਕਰੀਏ ਵੈਕਸੀਨੇਸ਼ਨ ਦੀ ਗੱਲ ਕਰੀਏ ਤਾਂ ਤਕਰੀਬਨ 46.8 ਮਿਲੀਅਨ ਲੋਕਾਂ ਦੀ ਇੱਕ ਡੋਜ਼ ਲੱਗ ਗਈ ਹੈ, 16.1 ਦੀ ਡਬਲ ਡੋਜ਼। ਤੇ ਲੋਂਬਾਰਦੀਆਂ 'ਚ 126, ਵੈਨੇਤੋ ਵਿੱਚ 96, ਕੰਪਾਨੀਆਂ 'ਚ 94, ਇਮੀਲੀਆ ਰੋਮਾਨੀਆ 'ਚ 44, ਪੀਮੌਂਤੇ 'ਚ 45, ਲਾਤਸੀਓ 'ਚ 74, ਪੂਲੀਆ 'ਚ 92, ਤੁਸਕਾਨਾ 'ਚ 25, ਸਿਚੀਲੀਆ 'ਚ 133, ਜੂਲੀਆ 'ਚ 15, ਮਾਰਕੇ 'ਚ 17, ਲਿਗੂਰੀਆ 'ਚ 10, ਅਬਰੂਸੋ ਦੇ ਵਿੱਚ 13, ਬੋਸਾਨੋ 'ਚ 3, ਕਲਾਬਰੀਆ 'ਚ 17, ਸਰਦੇਨੀਆ 'ਚ 6, ਉmbਰੀਆ 'ਚ 7, ਤਰੇਂਤੋ 'ਚ 3, ਬਾਜ਼ਿਲਿਕਾਤਾ 'ਚ 13, ਮੁਲੀਜ਼ ਦੇ 'ਚ 1 ਤੇ ਵਾਲੇਦਾਓਸ ਦੇ 'ਚ ਇੱਕ ਜਿਹੜਾ ਕੇਸ ਹੈ ਜੀ ਨਵਾਂ ਆਇਆ। ਸੋ ਵੀਰੋ ਇਹ ਸੀਗੀਆਂ ਜੀ ਆਪਣੀ ਅੱਜ ਦੀਆਂ ਕੁਝ ਨਵੀਆਂ ਅਪਡੇਟਸ। ਬਾਕੀ ਤੁਸੀਂ ਸਾਨੂੰ ਕਮੈਂਟ ਕਰ ਦਿਓ। ਮੈਂ ਇੱਕ ਪੋਸਟ ਵੀ ਪਾਈ ਸੀ ਅੱਜ ਚੈਨਲ ਦੇ ਉੱਤੇ, ਜਿਹਦੇ ਵਿੱਚ ਆਪਾਂ ਤੁਹਾਨੂੰ ਪੁੱਛਿਆ ਸੀ ਵੀ ਜੇ ਕਿਸੇ ਨੇ ਕੋਈ ਕਮੈਂਟ ਕਰਨਾ ਚਾਹੁੰਦਾ, ਕੋਈ ਆਪਣੇ ਵੀਰ ਕੋਈ ਚੀਜ਼ ਪੁੱਛਣੀ ਹੈ, ਸਾਨੂੰ ਪੁੱਛ ਸਕਦੇ ਹਾਂ ਤੇ ਉਹ ਤੁਹਾਡੇ ਕਮੈਂਟਾਂ ਦੇ ਆਪਾਂ ਰਿਪਲਾਈ ਜਿਹੜੇ ਆ ਕੱਲ੍ਹ ਦੇ ਵੀਡੀਓ ਵਿੱਚ ਜਿਹੜੇ ਕਰ ਦੇਵਾਂਗੇ। ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੈਨਲ ਦੇ ਉੱਤੇ ਤੁਹਾਨੂੰ ਹੁਣ ਜਿਹੜੀਆਂ ਡਿਫਰੈਂਟ ਜਿਹੜੀਆਂ ਵੀਡੀਓਜ਼ ਦੇਖਣ ਨੂੰ ਮਿਲਣਗੀਆਂ। ਸੋ ਬਾਕੀ ਇਹ ਸੀਗੀਆਂ ਜੀ ਆਪਣੀ ਅੱਜ ਦੀਆਂ ਨਵੀਆਂ ਅਪਡੇਟਸ। ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰ ਲਿਆ ਕਰੋ, ਸਾਡਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ। ਤੇ ਅੱਜ ਵਾਸਤੇ ਤੁਸੀਂ ਆਪਣੇ ਕੀਮਤੀ ਸਮਾਂ ਕਰਕੇ ਵੀਡੀਓ ਦੇਖੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਆਪਾਂ ਹੁਣ ਕੱਲ੍ਹ ਦੀਆਂ ਖਬਰਾਂ ਦੇ ਵਿੱਚ। ਸੋ ਤਦ ਤੱਕ ਆਪਣੇ ਪਰਿਵਾਰ ਦਾ ਖਿਆਲ ਰੱਖਿਓ। ਤਦ ਤੱਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।